ਮਨਪ੍ਰੀਤ ਰਤੀਆ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਜੋ ਕਹਾਣੀ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣ ਲੱਗੀ ਹਾਂ ਉਹ ਕਿਤਾਬ ਕਹਾਣੀ ਲੈਂਦੇ ਪੰਜਾਬ 'ਚੋਂ ਲਈ ਗਈ ਹੈ ਅਤੇ ਜਿਸ ਦਾ ਨਾਮ ਹੈ ਹਵਾ ਦੇ ਪਿੱਛੇ ਪਿੱਛੇ, ਜੋ ਕਿ ਰਸ਼ੀਦ ਹਮਜ਼ਾ ਜੀ ਨੇ ਲਿਖੀ ਹੈ। ਮੈਂ ਪਿਛਲੇ ਕਈ ਵਰ੍ਹਿਆਂ ਤੋਂ ਉਹਦੀ ਗੱਡੀ ਦੀ ਪਿਛਲੀ ਸੀਟ ਉੱਤੇ ਬੈਠਾ ਹੋਇਆ ਹਾਂ। ਉਹ ਗੱਡੀ ਚਲਾਉਣ ਵਿੱਚ ਇੰਜ ਡੁੱਬੀ ਹੋਈ ਹੈ ਜੋ ਮੈਨੂੰ ਭੁੱਲ ਹੀ ਬੈਠੀ ਹੈ। ਇਸ ਦੌਰਾਨ ਕਿੰਨੇ ਹੀ ਲੋਕ ਫਰੰਟ ਸੀਟ ਉੱਤੇ ਉਹਦੇ ਨਾਲ ਬੈਠੇ ਤੇ ਉਤਰ ਗਏ, ਪਰ ਮੈਂ ਉਹਨੂੰ ਯਾਦ ਹੀ ਨਹੀਂ ਆਇਆ। ਇੰਜ ਜਾਪਦਾ ਹੈ ਜਿਵੇਂ ਉਹਨੂੰ ਪਤਾ ਹੀ ਨਹੀਂ ਜੋ ਮੈਂ ਵੀ ਪਿੱਛੇ ਬੈਠਾ ਹੋਇਆ ਹਾਂ। ਕਈ ਵਾਰੀ ਪਹਿਲੇ ਜਦੋਂ ਉਹ ਤੇ ਮੈਂ ਯੂਨੀਵਰਸਿਟੀ ਵਿੱਚ ਨਾਲ ਪੜ੍ਹਦੇ ਸਾਂ ਤਾਂ ਇੱਕ ਦਿਨ ਉਹਨੇ ਮੈਨੂੰ ਲਿਫਟ ਦਿੱਤੀ ਸੀ। ਹੋਇਆ ਇੰਜ ਜੋ ਉਸ ਦਿਹਾੜੇ ਬੜੀ ਬਾਰਿਸ਼ ਹੋਈ ਸੀ। ਮੇਰਾ ਸਾਰਾ ਧਿਆਨ ਇਮਤਿਹਾਨ ਉੱਤੇ ਸੀ, ਇਸ ਲਈ ਮੈਂ ਹਰ ਵੇਲੇ ਕਿਤਾਬਾਂ ਵਿੱਚ ਹੀ ਡੁੱਬਾ ਰਹਿੰਦਾ ਸੀ। ਮੇਰੇ ਦੋਸਤ ਜਦੋਂ ਵੀ ਕੋਈ ਪਿਕਨਿਕ ਦਾ ਪ੍ਰੋਗਰਾਮ ਬਣਾਉਂਦੇ ਤਾਂ ਮੈਂ ਟਾਲ ਜਾਂਦਾ। ਇਹਦੀ ਵਜ੍ਹਾ ਇੱਕ ਇਹ ਸੀ ਜੋ ਇਮਤਿਹਾਨ ਦਾ ਡਰ ਅਤੇ ਦੂਜੇ ਮੇਰੀ ਹਾਲਤ ਜਿਹੜੀ ਕੁਝ ਬੋਲੇ ਬਗੈਰ ਹੀ ਸਭ ਕੁਝ ਦੱਸ ਦਿੰਦੀ। ਮੈਂ ਤੇ ਉਹਨੂੰ ਦੂਰੋਂ ਹੀ ਵੇਖਦਾ ਸਾਂ। ਉਹਦੇ ਨੇੜੇ ਜਾਣ ਦਾ ਤਾਂ ਸੋਚ ਹੀ ਨਹੀਂ ਸੀ ਸਕਦਾ। ਪਰ ਉਸ ਦਿਹਾੜੇ ਹੋਇਆ ਇਹ ਜੋ ਬਾਰਿਸ਼ ਤੇਜ਼ ਸੀ। ਸਾਰੇ ਇੱਕ ਕਰਕੇ ਤੁਰ ਗਏ। ਮੈਂ ਬਾਰਿਸ਼ ਤੋਂ ਬਚਣ ਲਈ ਆਪਣੇ ਲੰਡੇ ਦੇ ਕੋਟ ਵਿੱਚ ਠਰਿਆ ਹੋਇਆ ਇੱਕ ਨੁੱਕਰੇ ਲੱਗਾ ਹੋਇਆ ਸਾਂ, ਜੋ ਆਪਣੀ ਇੱਕ ਸਹੇਲੀ ਨਾਲ ਦੂਜੇ ਪਾਸਿਓਂ ਆਈ। ਮੈਨੂੰ ਵੇਖ ਕੇ ਇੱਕ ਪਲ ਲਈ ਰੁਕੀ, ਚੱਲੀ ਤੇ ਫੇਰ ਪਤਾ ਨਹੀਂ ਕੀ ਸੋਚ ਕੇ ਮੁੜੀ। ਸਾਡੇ ਨਾਲ ਆ ਜਾਓ। ਉਹਦੀ ਸਹੇਲੀ ਨੇ ਭੈੜਾ ਜਿਹਾ ਮੂੰਹ ਬਣਾਇਆ। ਉਹਨੂੰ ਇਹ ਗੱਲ ਸ਼ਾਇਦ ਚੰਗੀ ਨਹੀਂ ਸੀ ਲੱਗੀ। ਬਾਰਿਸ਼ ਤੇਜ਼ ਸੀ। ਮੈਂ ਕੋਟ ਦੀ ਬੁੱਕਲ ਮਾਰੀ ਹੋਈ ਸੀ। ਕੋਟ ਨੂੰ ਖੋਲ੍ਹਦਿਆਂ ਹੋਇਆ ਬਗੈਰ ਕੁਝ ਬੋਲੇ ਉਹਦੇ ਪਿੱਛੇ ਤੁਰ ਪਿਆ। ਇਸ ਵੇਲੇ ਮੈਨੂੰ ਅਜੀਬ ਜਿਹੀ ਸ਼ਰਮ ਆ ਰਹੀ ਸੀ। ਇੰਜ ਜਾਪਦਾ ਸੀ ਜਿਵੇਂ ਮੈਂ ਦੁਨੀਆ ਦਾ ਸਭ ਤੋਂ ਹਕੀਰ ਆਦਮੀ ਹਾਂ। ਮੇਰੇ ਅੰਦਰ ਕੋਈ ਸ਼ੈ ਟੁੱਟ ਜਿਹੀ ਗਈ ਸੀ, ਪਰ ਤੇਜ਼ ਬਾਰਿਸ਼ ਨੇ ਬੇਬਸ ਕਰ ਦਿੱਤਾ। ਉਹਦੀ ਸਹੇਲੀ ਉਹਦੇ ਨਾਲ ਅਗਲੀ ਸੀਟ ਉੱਤੇ ਬੈਠ ਗਈ। ਮੈਂ ਪਿਛਲੀ ਸੀਟ 'ਤੇ ਚਲਾ ਗਿਆ। ਗੱਡੀ ਕਾਲਜ ਦੇ ਗੇਟ ਤੋਂ ਨਿਕਲ ਕੇ ਵੱਡੀ ਸੜਕ ਉੱਤੇ ਆਈ ਤੇ ਉਹਨੇ ਮੈਨੂੰ ਪੁੱਛਿਆ, ਤੁਸੀਂ ਕਿੱਥੇ ਰਹਿੰਦੇ ਹੋ? ਮੈਂ ਇੱਕ ਪਲ ਲਈ ਪਰੇਸ਼ਾਨ ਹੋ ਗਿਆ। ਮੇਰਾ ਘਰ ਸ਼ਹਿਰ ਦੇ ਉਸ ਹਿੱਸੇ ਵਿੱਚ ਸੀ ਜਿੱਥੇ ਬਾਰਿਸ਼ ਵਿੱਚ ਗੱਡੀ ਦੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਮੈਂ ਆਖਿਆ, ਤੁਸੀਂ ਮੈਨੂੰ ਚੇਰਿੰਗ ਕ੍ਰਾਸ ਦੇ ਕੋਲ ਉਤਾਰ ਦੇਣਾ। ਮੈਂ ਪਹਿਲਾਂ ਹੀ ਬਾਰਿਸ਼ ਵਿੱਚ ਭਿੱਜਿਆ ਹੋਇਆ ਸਾਂ ਅਤੇ ਸਰਦੀ ਨਾਲ ਕੰਬ ਰਿਹਾ ਸਾਂ। ਉਹਦੀ ਸਹੇਲੀ ਨੇ ਫਿਰ ਮੂੰਹ ਬਣਾਇਆ, ਤੁਸੀਂ ਤਾਂ ਸ਼ਾਇਦ ਸਬਜ਼ੀ ਮੰਡੀ ਦੇ ਪਿਛਵਾੜੇ ਰਹਿੰਦੇ ਹੋ। ਮੈਂ ਇੱਕ ਵਾਰੀ ਆਪਣੀ ਨੌਕਰਾਨੀ ਨੂੰ ਵੇਖਣ ਉੱਥੇ ਗਈ ਸਾਂ। ਮੈਨੂੰ ਇੰਜ ਜਾਪਿਆ ਜਿਵੇਂ ਗੱਡੀ ਦੀ ਛੱਤ ਆਪਣੀ ਥਾਂ ਤੋਂ ਹਟ ਗਈ ਹੈ ਅਤੇ ਮੈਂ ਤੇਜ਼ ਬਾਰਿਸ਼ ਵਿੱਚ ਭਿੱਜ ਰਿਹਾ ਹਾਂ। ਕੋਈ ਗੱਲ ਨਹੀਂ, ਮੈਂ ਤੁਹਾਨੂੰ ਉੱਥੇ ਹੀ ਲਾ ਆਉਂਦੀ ਹਾਂ, ਉਹਨੇ ਮੁਸਕਰਾਉਂਦਿਆਂ ਹੋਇਆ ਆਖਿਆ। ਮੈਨੂੰ ਲੱਗਿਆ ਉਹਦੀ ਮੁਸਕਰਾਹਟ ਵਿੱਚ ਇੱਕ ਤਨਾਜ਼ ਹੈ। ਮੈਂ ਆਖਿਆ, ਨਹੀਂ, ਉੱਥੇ ਤੇ ਬਾਰਿਸ਼ ਵਿੱਚ ਬੜਾ ਚਿੱਕੜ ਹੋ ਜਾਂਦਾ ਹੈ। ਬਸ ਗੱਡੀ ਫਸ ਗਈ ਤਾਂ ਕੱਢਣੀ ਔਖੀ ਹੋ ਜਾਏਗੀ। ਉੱਥੇ ਬੜਾ ਹੀ ਗੰਦਾ ਇਲਾਕਾ ਹੈ। ਉਹਦੀ ਸਹੇਲੀ ਨੇ ਫੇਰ ਵਾਰ ਕੀਤਾ। ਇੱਕ ਵਾਰੀ ਫੇਰ ਗੱਡੀ ਦੀ ਛੱਤ ਆਪਣੀ ਜਗ੍ਹਾ ਤੋਂ ਹਟ ਗਈ ਤੇ ਕਾਗਜ਼ ਦਾ ਬਣਿਆ ਹੋਇਆ ਬੰਦਾ ਭਿੱਜਣ ਲੱਗ ਪਿਆ। ਉਹ ਬੋਲੀ, ਗੱਡੀ ਦੀ ਕੋਈ ਗੱਲ ਨਹੀਂ, ਤੁਸੀਂ ਤਾਂ ਪਹਿਲਾਂ ਹੀ ਭਿੱਜੇ ਹੋਏ ਹੋ, ਬਿਮਾਰ ਨਾ ਹੋ ਜਾਇਓ। ਮੈਂ ਛੇਤੀ ਨਾਲ ਆਖਿਆ, ਨਹੀਂ, ਤੁਸੀਂ ਮੈਨੂੰ ਚੇਰਿੰਗ ਕ੍ਰਾਸ 'ਤੇ ਹੀ ਲਾ ਦਿਓ। ਉਹ ਕੁਝ ਨਾ ਬੋਲੀ। ਚੇਰਿੰਗ ਕ੍ਰਾਸ ਉੱਤੇ ਜਦੋਂ ਮੈਂ ਉਤਰ ਰਿਹਾ ਸਾਂ, ਉਹਨੇ ਮੈਨੂੰ ਅਜੀਬ ਨਜ਼ਰਾਂ ਨਾਲ ਵੇਖਿਆ। ਮੈਂ ਬਾਰਿਸ਼ ਵਿੱਚ ਭਿੱਜਦਾ ਹੋਇਆ ਫੁੱਟਪਾਥ ਉੱਤੇ ਇੱਕ ਛੱਜੇ ਥੱਲੇ ਜਾ ਖਲੋਤਾ। ਉਹ ਕੁਝ ਦੇਰ ਸਟੀਅਰਿੰਗ 'ਤੇ ਬੈਠੀ ਮੈਨੂੰ ਵੇਖਦੀ ਰਹੀ। ਫਿਰ ਉਹਦੀ ਗੱਡੀ ਸ਼ੂ ਕਰਕੇ ਅੱਗੇ ਵੱਧ ਗਈ। ਉਸ ਦਿਨ ਤੋਂ ਬਾਅਦ ਮੈਂ ਉਹਦੇ ਕੋਲੋਂ ਦੂਰ ਆਉਣ ਲੱਗ ਪਿਆ। ਮੈਨੂੰ ਇਹ ਖਿਆਲ ਸੀ ਜੇ ਉਹਨੂੰ ਮੇਰੇ ਬਾਰੇ ਸਭ ਕੁਝ ਪਤਾ ਲੱਗ ਗਿਆ ਹੈ ਅਤੇ ਜਮਾਤ ਦੀਆਂ ਦੂਜੀਆਂ ਕੁੜੀਆਂ ਵਾਂਗੂ ਉਹ ਵੀ ਮੇਰੇ ਕੋਟ 'ਤੇ ਬਗੈਰ ਇਸਤਰੀ ਕੀਤੀ ਪਤਲੂਨ ਨੂੰ ਵੇਖ ਕੇ ਹੱਸਦੀ ਹੈ। ਇਹਨਾਂ 2 ਵਰ੍ਹਿਆਂ ਵਿੱਚ ਉਹਨੇ 1-2 ਵਾਰੀ ਮੇਰੇ ਕੋਲੋਂ ਕਲਾਸ ਨੋਟਸ ਮੰਗੇ। ਮੈਂ ਟਾਲ ਦਿੱਤਾ। ਉਹਦੇ ਸਾਹਮਣੇ ਆਉਂਦਿਆਂ ਮੈਨੂੰ ਇੰਜ ਜਾਪਦਾ ਜੋ ਤੇਜ਼ ਬਾਰਿਸ਼ ਹੋਣ ਲੱਗ ਪਈ ਹੈ।
ਤੇ ਮੈਂ ਚੇਅਰਿੰਗ ਕ੍ਰਾਸ ਦੇ ਫੁੱਟਪਾਥ ਉੱਤੇ ਖਲੋਤਾ ਭਿੱਜ ਰਿਹਾ ਤੇ ਉਹ ਆਪਣੀ ਸਹੇਲੀ ਨਾਲ ਗੱਡੀ ਵਿੱਚ ਬੈਠੀ ਮੈਨੂੰ ਵੇਖ ਕੇ ਹੱਸ ਰਹੀ ਹੈ। 2 ਵਰ੍ਹੇ ਬੀਤ ਗਏ, ਦਰਖਤਾਂ ਤੇ ਬੂਰ ਆਇਆ, ਫੁੱਲ ਖਿਲੇ, ਮੁਰਝਾ ਗਏ। ਇਮਤਿਹਾਨ ਦੇ ਕੇ ਮੈਂ ਇੱਕ ਛੋਟੀ ਜਿਹੀ ਵਰਕਸ਼ਾਪ ਵਿੱਚ ਕੰਮ ਕਰਨ ਲੱਗ ਪਿਆ। ਨਤੀਜੇ ਦੀ ਖਬਰ ਦੋਸਤ ਕੋਲੋਂ ਮਿਲੀ। ਮੈਨੂੰ ਯੂਨੀਵਰਸਿਟੀ ਵਿੱਚ ਅੱਵਲ ਆਇਆ ਸੀ। ਦੂਜੇ ਦਿਨ ਕੁਝ ਦੇਰ ਦੀ ਛੁੱਟੀ ਲੈ ਕੇ ਮੈਂ ਕਾਲਜ ਆਇਆ। ਸਾਰੇ ਜਮ੍ਹਾਂ ਸਨ, ਉਹ ਵੀ ਸੀ। ਮੇਰੇ ਇੱਕ ਉਸਤਾਦ ਨੇ, ਜਿਹੜੇ ਹਮੇਸ਼ਾ ਮੇਰੀ ਹਿੰਮਤ ਵਧਾਉਂਦੇ ਸਨ, ਮੈਨੂੰ ਗਲੇ ਲਾ ਲਿਆ। ਮੈਂ ਸ਼ਰਮਿੰਦਾ ਜਿਹਾ ਖਲੋਤਾ ਹੋਇਆ ਸਾਂ। ਸਰਦੀਆਂ ਆ ਗਈਆਂ ਸਨ ਤੇ ਉਹ ਕੋਟ ਫੇਰ ਮੇਰਾ ਮਜ਼ਾਕ ਉਡਾ ਰਿਹਾ ਸੀ। ਮੁਬਾਰਕ ਹੋਵੇ। ਮੈਂ ਮੁੜ ਕੇ ਵੇਖਿਆ, ਉਹ ਸੀ। ਮੈਂ ਇੱਕ ਲਫ਼ਜ਼ ਨਾ ਬੋਲ ਸਕਿਆ, ਬਸ ਉਹਨੂੰ ਵੇਖਦਾ ਹੀ ਰਹਿ ਗਿਆ। ਮੈਂ ਕਦੇ ਵੀ ਉਸਨੂੰ ਹਾਸਿਲ ਨਹੀਂ ਕਰ ਸਕਦਾ। ਮੈਂ ਤੇ ਹਮੇਸ਼ਾ ਉਸਦੀ ਗੱਡੀ ਦੀ ਪਿਛਲੀ ਸੀਟ 'ਤੇ ਬੈਠਾ ਰਹਾਂਗਾ, ਇਸ ਉਡੀਕ ਵਿੱਚ ਕਿ ਕਦੇ ਤੇ ਉਹ ਮੁੜ ਕੇ ਵੇਖੇਗੀ। ਹੁਣ ਮੈਨੂੰ ਯਾਦ ਨਹੀਂ ਕਿ ਉਸ ਦਿਨ ਹੋਰ ਕੀ ਹੋਇਆ। ਬਸ ਇੰਨਾ ਯਾਦ ਹੈ ਕਿ ਜਦੋਂ ਸਾਰੇ ਜਾਣ ਲੱਗੇ ਤਾਂ ਉਹਨੇ ਮੈਨੂੰ ਆਖਿਆ, ਚਲੋ ਮੈਂ ਤੁਹਾਨੂੰ ਉਤਾਰ ਦਿੰਦੀ ਹਾਂ। ਪਰ ਉਸ ਵੇਲੇ ਮੇਰੇ ਉਹ ਉਸਤਾਦ ਆ ਗਏ ਤੇ ਬੋਲੇ, ਮੇਰੇ ਨਾਲ ਚੱਲ, ਤੇਰੇ ਲਈ ਇੱਕ ਕੰਮ ਹੈ। ਗੱਡੀ ਸਟਾਰਟ ਕਰਦਿਆਂ ਹੋਇਆ ਉਹਨੇ ਮੈਨੂੰ ਵੇਖਿਆ ਤੇ ਫਿਰ ਹਮੇਸ਼ਾ ਲਈ ਮੇਰੀ ਜ਼ਿੰਦਗੀ ਦੇ ਫਾਟਕ ਤੋਂ ਬਾਹਰ ਨਿਕਲ ਗਈ। ਮੇਰੇ ਉਸਤਾਦ ਮੇਰੀ ਕੰਪਨੀ ਦੇ ਮੈਨੇਜਰ ਕੋਲ ਮੈਨੂੰ ਲੈ ਗਏ। ਉਹਨੇ ਮੈਨੂੰ ਉਸੇ ਵੇਲੇ ਰੱਖ ਲਿਆ ਤੇ 1 ਹਫ਼ਤੇ ਦੇ ਵਿੱਚ ਟ੍ਰੇਨਿੰਗ ਲਈ ਕਰਾਚੀ ਭਿਜਵਾ ਦਿੱਤਾ। ਕੁਝ ਮਹੀਨਿਆਂ ਬਾਅਦ ਮੈਂ ਹੋਰ ਟ੍ਰੇਨਿੰਗ ਲਈ ਬਾਹਰ ਚਲਾ ਗਿਆ। ਜ਼ਿੰਦਗੀ ਦਾ ਰਸਤਾ ਬਦਲ ਗਿਆ। ਪਰ ਹੁਣ ਵੀ ਇੰਝ ਲੱਗਦਾ ਹੈ ਜੇ ਮੈਂ ਅਜੇ ਤੱਕ ਉਹਦੀ ਗੱਡੀ ਦੀ ਪਿਛਲੀ ਸੀਟ ਉੱਤੇ ਬੈਠਾ ਉਹਦੇ ਮੁੜ ਕੇ ਵੇਖਣ ਦੀ ਉਡੀਕ ਕਰ ਰਿਹਾ ਹਾਂ। ਕਈ ਵਾਰੀ ਗੁਜ਼ਰ ਗਏ। ਮੇਰਾ ਵਿਆਹ ਹੋ ਗਿਆ, ਬੱਚੇ। ਮੈਂ ਸ਼ਾਇਦ ਉਹਨੂੰ ਭੁੱਲ ਗਿਆ। ਬਸ ਕਦੀ ਕੋਈ ਪੁਰਾਣਾ ਸੰਗੀ ਮਿਲ ਜਾਂਦਾ ਤਾਂ ਕਾਲਜ ਦੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ। ਉਹਦਾ ਜ਼ਿਕਰ ਵੀ ਹੁੰਦਾ। ਮੁੰਡਿਆਂ ਬਾਰੇ ਤਾਂ ਪਤਾ ਚੱਲ ਜਾਂਦਾ ਕਿ ਕੌਣ ਕਿੱਧਰ ਹੈ, ਪਰ ਕੁੜੀਆਂ ਬਾਰੇ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਕੌਣ ਕਿੱਧਰ ਗਈ ਹੈ। ਕਈ ਵਰ੍ਹਿਆਂ ਬਾਅਦ ਜਾਂ ਸ਼ਾਇਦ ਸਦੀਆਂ ਬਾਅਦ ਉਹ ਇੱਕ ਦਿਨ ਅਚਨਚੇਤੀ ਮਿਲ ਗਈ। ਮੈਂ ਇੱਕ ਜਨਰਲ ਸਟੋਰ ਦੇ ਬਾਹਰ ਘਰ ਵਾਲੀ ਦੇ ਨਿਕਲਣ ਦਾ ਇੰਤਜ਼ਾਰ ਕਰ ਰਿਹਾ ਸਾਂ, ਜੋ ਸਾਹਮਣੇ ਆ ਗਈ। ਅਸੀਂ ਦੋਵੇਂ ਇੱਕ ਦੂਜੇ ਨੂੰ ਵੇਖ ਕੇ ਠਿਠਕ ਗਏ। ਇੱਕ ਪਲ ਲਈ ਇੰਝ ਲੱਗਿਆ ਜੋ ਮੈਂ ਬਾਰਿਸ਼ ਵਿੱਚ ਭਿੱਜਦਾ ਹੋਇਆ ਵਰਾਂਡੇ ਵਿੱਚ ਖਲੋਤਾ ਹੋਇਆ ਉਹ ਮੇਰੇ ਕੋਲੋਂ ਲੰਘ ਰਹੀ ਹੈ। ਲੰਘੀ, ਰੁਕੀ ਤੇ ਮੁੜੀ। ਕੈਸੇ ਹੋ? ਜੀ ਰਿਹਾ ਹਾਂ। ਤੇ ਤੁਸੀਂ? ਮੈਂ ਤੇ ਜੀ ਵੀ ਨਹੀਂ ਰਹੀ, ਹੁਣ ਵੀ ਇੰਤਜ਼ਾਰ ਕਰ ਰਹੀ ਹਾਂ। ਮੈਂ ਵੀ ਤੇ ਪਿਛਲੀ ਸੀਟ ਉੱਤੇ ਬੈਠਾ ਤੁਹਾਡੇ ਮੁੜਨ ਦਾ ਇੰਤਜ਼ਾਰ ਕਰ ਰਿਹਾ ਹਾਂ। ਇਹ ਸੁਣ ਕੇ ਉਸਨੇ ਕਿਹਾ, ਤੁਸੀਂ ਤੇ ਆਪ ਹੀ ਉਤਰ ਗਏ ਸੋ। ਤੇ ਮੈਂ ਵੀ ਕਹਿ ਦਿੱਤਾ, ਕੀ ਕਰਦਾ, ਜਿੱਥੇ ਮੈਂ ਰਹਿੰਦਾ ਸਾਂ ਉੱਥੇ ਚਿੱਕੜ ਬੜਾ ਸੀ। ਚਿੱਕੜ ਕੀ, ਮੈਂ ਤਾਂ ਤੁਹਾਡੇ ਨਾਲ ਮੌਤ ਦੀ ਦਲਦਲ ਵਿੱਚ ਵੀ ਉਤਰਨ ਲਈ ਤਿਆਰ ਸਾਂ। ਮੈਨੂੰ ਇੰਝ ਲੱਗਿਆ ਜਿਵੇਂ ਤੇਜ਼ ਬਾਰਿਸ਼ ਸ਼ੁਰੂ ਹੋ ਗਈ ਹੈ ਤੇ ਕਾਗਜ਼ ਦਾ ਬਣਿਆ ਹੋਇਆ ਬੰਦਾ ਭਿੱਜ ਕੇ ਗਲ ਰਿਹਾ ਹੈ। ਕੀ ਸੋਚੀ ਪਏ ਹੋਏ ਹੋ? ਮੇਰੀ ਬੀਵੀ ਸਟੋਰ ਤੋਂ ਨਿਕਲ ਆਈ ਸੀ। ਮੈਂ ਸੁਣਿਆ। ਇਹੀ ਗੱਲ ਉਹਦੇ ਖਾਵੰਦ ਨੇ ਵੀ ਉਹਦੇ ਕੋਲੋਂ ਪੁੱਛੀ। ਅਸੀਂ ਦੋਵੇਂ ਚੁੱਪ ਰਹੇ। ਨਾ ਮੈਂ ਆਪਣੀ ਬੀਵੀ ਦਾ ਤੁਆਰਫ ਉਹਦੇ ਨਾਲ ਕਰਵਾਇਆ, ਨਾ ਉਹਨੇ ਮੈਨੂੰ ਆਪਣੇ ਖਾਵੰਦ ਨਾਲ ਮਿਲਵਾਇਆ। ਕੁਝ ਆਖੇ ਬਗੈਰ ਅਸੀਂ ਦੋਵੇਂ ਚੁੱਪ-ਚਪੀਤੇ ਆਪਣੀ ਰਾਏ ਹੋ ਪਏ। ਪਰ ਜਾਣ ਤੋਂ ਪਹਿਲਾਂ ਉਹਨੇ ਮੈਨੂੰ ਮੁੜ ਕੇ ਵੇਖਿਆ। ਉਹਦੀਆਂ ਅੱਖਾਂ ਭਿੱਜੀਆਂ ਹੋਈਆਂ ਸਨ। ਮੈਂ ਕੁਛ ਨਾ ਬੋਲਿਆ। ਬੋਲਦਾ ਵੀ ਕੀ ਜੇ, ਹੁਣ ਬੋਲਣ ਲਈ ਰਹਿ ਵੀ ਕੀ ਗਿਆ ਸੀ। ਸੋ ਦੋਸਤੋ, ਇਹ ਸੀ ਇੱਕ ਛੋਟੀ ਜਿਹੀ ਪਿਆਰੀ ਜਿਹੀ ਕਿਊਟ ਜਿਹੀ ਕਹਾਣੀ ਜੋ ਤੁਹਾਡੇ ਲਈ ਅੱਜ ਮੈਂ ਪੜ੍ਹੀ ਹੈ ਹਵਾ ਦੇ ਪਿੱਛੇ। ਆਈ ਹੋਪ ਤੁਹਾਨੂੰ ਮੇਰੀ ਪੜ੍ਹੀਆਂ ਕਹਾਣੀਆਂ ਪਸੰਦ ਆ ਰਹੀਆਂ ਹੋਣਗੀਆਂ। ਜੇ ਤੁਸੀਂ ਵੀ ਆਪਣੀ ਲਿਖੀ ਕੋਈ ਕਹਾਣੀ ਮੇਰੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਤੇ ਚਾਹੁੰਦੇ ਹੋ ਕਿ ਮੈਂ ਪੜ੍ਹ ਕੇ ਸੁਣਾਵਾਂ,
ਤਾਂ ਤੁਸੀਂ ਮੈਨੂੰ ਮੇਰੇ ਈਮੇਲ 'ਤੇ ਮੈਸੇਜ ਕਰ ਸਕਦੇ ਹੋ, ਜੋ ਕਿ ਮੈਂਸ਼ਨਡ ਹੈ ਆਲਰੇਡੀ। ਬਟ ਕਹਾਣੀ ਐਵੇਂ ਦੀ ਹੋਏ ਜੋ ਪੜ੍ਹਨ ਦੇ ਵਿੱਚ ਵੀ ਅੱਛੀ ਲੱਗੇ ਅਤੇ ਸੁਣਨ ਦੇ ਵਿੱਚ ਹੋਰ ਵੀ ਅੱਛੀ ਲੱਗੇ। ਥੈਂਕ ਯੂ ਸੋ ਮਚ। ਟੇਕ ਕੇਅਰ। ਸਤਿ ਸ਼੍ਰੀ ਅਕਾਲ।